ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਦਿਨ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਦੱਤਾਤਰੇय ਨੇ 24 ਗੁਰੂ ਧਾਰਨ ਕੀਤੇ। ਜਦੋਂ ਸੰਗਤਾਂ ਨੇ ਸੁਣਿਆ ਤਾਂ ਸੰਗਤਾਂ ਨੇ ਪ੍ਰਾਰਥਨਾ ਕੀਤੀ ਕਿ ਮਹਾਰਾਜ ਦੱਤਾਤਰੇय ਜੀ ਨੂੰ ਕਿਸ ਤਰ੍ਹਾਂ 24 ਗੁਰੂ ਧਾਰਨ ਕਰਨ ਦੀ ਲੋੜ ਪਈ ਕਿ ਉਸ ਨੂੰ ਇੱਕ ਗੁਰੂ ਤੋਂ ਗਿਆਨ ਪ੍ਰਾਪਤ ਨਹੀਂ ਹੋਇਆ, ਉਸ ਦੇ ਸੰਕੇ ਦੂਰ ਨਾ ਹੋਏ। ਭਗਤ ਜੀ ਦੀ ਪ੍ਰਾਰਥਨਾ ਸੁਣ ਕੇ ਬਾਬਾ ਜੀ ਬੋਲੇ ਅਤੇ ਉਚਾਰਨ ਕੀਤਾ, ਜਿਸ ਨੂੰ ਅਸੀਂ ਇਸ ਸਾਖੀ ਵਿੱਚ ਵਰਣਨ ਕਰਨ ਜਾ ਰਹੇ ਹਾਂ। ਬਾਬਾ ਸ਼੍ਰੀ ਚੰਦ ਜੀ ਬੋਲੇ, ਇੱਕ ਦਿਨ ਜੱਦੂ ਰਾਜਾ ਬੜਾ ਧਰਮਾਤਮਾ ਸੀ। ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਕੀ ਕਰਾਂ ਜਿਸ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਪ੍ਰਾਪਤ ਹੋ ਸਕੇ। ਐਸੀ ਕਲਪਨਾ ਕਰਕੇ ਉਹ ਤੀਰਥ ਯਾਤਰਾ ਨੂੰ ਚੱਲ ਪਿਆ ਅਤੇ ਕਈ ਸਾਧੂ ਮਹਾਤਮਾ ਨੂੰ ਮਿਲਿਆ, ਪਰ ਕਿਸੇ ਤੋਂ ਉਸ ਨੂੰ ਤ੍ਰਿਪਤੀ ਨਾ ਹੋਈ। ਇੱਕ ਦਿਨ ਉਹ ਕੇਦਾਰ ਨਦੀ ਦੇ ਕਿਨਾਰੇ ਪਹੁੰਚਿਆ ਅਤੇ ਉਸ ਦਿਨ ਉਸਨੇ ਦੱਤਾਤਰੇय ਜੀ ਨੂੰ ਦੇਖਿਆ। ਉਸਨੇ ਦੇਖਿਆ ਕਿ ਦੱਤਾਤਰੇय ਜੀ ਦਾ ਸਰੀਰ ਨੰਗਨ ਹੈ, ਜਿਸ ਕੋਲ ਕੋਈ ਵੀ ਖਾਣ ਵਾਲੀ ਚੀਜ਼ ਨਹੀਂ ਪਈ ਹੋਈ ਹੈ, ਪਰ ਫਿਰ ਵੀ ਆਨੰਦ ਵਿੱਚ ਬੈਠੇ ਹੋਏ ਹਨ, ਰਿਸ਼ਟ ਪੁਸ਼ਟ ਹਨ। ਜਦ ਰਾਜਾ ਜੱਦੂ ਨੇ ਦੱਤਾਤਰੇय ਜੀ ਦੇ ਸਾਹਮਣੇ ਪ੍ਰਾਰਥਨਾ ਕੀਤੀ ਅਤੇ ਹੱਥ ਜੋੜ ਕੇ ਕਿਹਾ ਕਿ ਹੇ ਮਹਾਪੁਰਸ਼ ਜੀ, ਤੁਸੀਂ ਅਤੀ ਸੁੰਦਰ ਹੋ। ਤੁਹਾਡਾ ਸਰੀਰ ਬਹੁਤ ਸੁੰਦਰ ਜਾਪ ਰਿਹਾ ਹੈ। ਤੁਹਾਡੇ ਕੋਲ ਕੋਈ ਵੀ ਖਾਣ ਵਾਲੀ ਚੀਜ਼ ਨਹੀਂ ਹੈ ਅਤੇ ਨਾ ਹੀ ਵਸਤਰ ਆਦਿ ਤੁਹਾਡੇ ਕੋਲ ਪਏ ਹੋਏ ਹਨ। ਆਪ ਕਿਸ ਤਰ੍ਹਾਂ ਇਸ ਸਮੇਂ ਬੈਠ ਸਕਦੇ ਹੋ? ਮਹਾਤਮਾ ਜੀ, ਇਹ ਪ੍ਰਾਰਥਨਾ ਮੇਰੀ ਕਬੂਲ ਕਰੋ ਅਤੇ ਮੈਨੂੰ ਗਿਆਨ ਪ੍ਰਾਪਤੀ ਦਾ ਉਪਦੇਸ਼ ਦੇਵੋ। ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਉਪਦੇਸ਼ ਦੇ ਕੇ ਕਿਰਪਾਲਤ ਕਰੋ। ਇਸ ਤਰ੍ਹਾਂ ਨਿਮਰਤਾ ਦੇਖ ਕੇ ਦੱਤਾਤਰੇय ਨੇ ਸੋਚਿਆ ਕਿ ਇਹ ਜਗਿਆਸੂ ਉਪਦੇਸ਼ ਲੈਣ ਦਾ ਹੱਕਦਾਰ ਹੈ, ਇਸ ਨੂੰ ਗਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ, ਧਨ ਜੋ ਕਿਸੇ ਨੂੰ ਇਸ ਜਨਮ ਵਿੱਚ ਦਾਨ ਕਰਦਾ ਹੈ, ਉਸ ਨੂੰ ਅਗਲੇ ਜਨਮ ਵਿੱਚ ਸਿੱਧੀ ਪ੍ਰਾਪਤ ਹੁੰਦੀ ਹੈ। ਜੋ ਗਿਆਨ ਇਸ ਜਨਮ ਵਿੱਚ ਲੋਕਾਂ ਨੂੰ ਦਿੰਦਾ ਹੈ, ਉਸ ਉੱਤੇ ਭਗਵਾਨ ਖੁਸ਼ ਹੁੰਦੇ ਹਨ ਅਤੇ ਸਾਰੇ ਫਲ ਇਨਸਾਨ ਨੂੰ ਪ੍ਰਾਪਤ ਹੁੰਦੇ ਹਨ। ਇਹ ਵਿਚਾਰ ਕਰਕੇ ਰਾਜਾ ਜੱਦੂ ਨੂੰ ਉਹ ਕਹਿਣ ਲੱਗੇ ਕਿ ਹੇ ਰਾਜਨ, ਮੈਂ 24 ਗੁਰੂ ਧਾਰਨ ਕੀਤੇ। ਜੋ ਉਪਦੇਸ਼ ਮੈਂ ਉਹਨਾਂ ਪਾਸੋਂ ਲਿਆ ਉਹ ਤੇਰੇ ਪ੍ਰਤੀ ਕਹਿੰਦਾ ਹਾਂ। ਆਪ ਸਰਵਨ ਕਰੋ। 25ਵਾਂ ਇਹ ਮੇਰਾ ਸਰੀਰ ਹੈ ਜੋ ਮੈਂ ਵੇਖ ਰਿਹਾ ਹਾਂ। ਇੱਕ ਦਿਨ ਮੈਂ ਆਪਣੇ ਸਰੀਰ ਨੂੰ ਦੇਖ ਕੇ ਮਹਿਸੂਸ ਕੀਤਾ, ਇਹ ਸਰੀਰ ਇੱਕ ਦਿਨ ਭਸਮ ਹੋ ਜਾਵੇਗਾ। ਇਸ ਸਰੀਰ ਦੀ ਦਸ਼ਾ ਦੇਖ ਕੇ ਮੈਂ ਆਪਣੇ ਸਵਾਸਾਂ ਨੂੰ ਬਿਰਥਾ ਨਾ ਗਵਾਇਆ। ਮੈਂ ਭਗਵਾਨ ਦਾ ਭਜਨ ਕਰਦਾ ਸੀ ਅਤੇ ਬਾਲਕ ਮੈਨੂੰ ਗਾਲੀਆਂ ਕੱਢਦੇ ਸਨ, ਮੇਰੇ ਉੱਪਰ ਮਿੱਟੀ ਪਾ ਦਿੰਦੇ ਸਨ ਤਾਂ ਮੈਨੂੰ ਕ੍ਰੋਧ ਆ ਜਾਂਦਾ ਸੀ। ਮੈਂ ਭਜਨ ਛੱਡ ਕੇ ਲੜਨ ਵਾਸਤੇ ਤੁਰ ਪੈਂਦਾ ਸੀ। ਇਸ ਤਰ੍ਹਾਂ ਬੜੀ ਦੇਰ ਤੱਕ ਚੱਲਦਾ ਰਿਹਾ ਅਤੇ ਮੈਨੂੰ ਗਿਆਨ ਦੀ ਪ੍ਰਾਪਤੀ ਨਾ ਹੋਈ। ਇਸੇ ਤਰ੍ਹਾਂ ਮੇਰਾ ਪਹਿਲਾ ਗੁਰੂ ਪ੍ਰਿਥਵੀ ਹੈ।
ਇਸ ਤੋਂ ਮੈਂ ਉਪਦੇਸ਼ ਲਿਆ ਕਿ ਪ੍ਰਿਥਵੀ ਬਹੁਤ ਸਾਰੇ ਪ੍ਰਬਲ ਗੁਣ ਇਸ ਪ੍ਰਿਥਵੀ ਵਿੱਚ ਹਨ ਅਤੇ ਬੇਅੰਤ ਚੀਜ਼ਾਂ ਮਨੁੱਖ ਲਈ ਹਨ। ਪ੍ਰਿਥਵੀ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੀ। ਸਾਰੇ ਸੰਸਾਰ ਵਿੱਚ ਇਨਸਾਨ ਪ੍ਰਿਥਵੀ ਉੱਤੇ ਰਹਿੰਦਾ ਹੈ। ਪ੍ਰਬਲ ਵਾਂਗ ਧੀਰਜ ਧਾਰ ਕਰਕੇ ਮਨੁੱਖ ਨੂੰ ਵੀ ਧਰਤੀ ਦਾ ਗੁਣ ਪ੍ਰਾਪਤ ਕਰਨਾ ਚਾਹੀਦਾ ਹੈ। ਪ੍ਰਿਥਵੀ ਦਾ ਇਹ ਸੁਭਾਅ ਹੈ ਕਿ ਕੰਡੇ ਹੋਣ ਭਾਵੇਂ ਫੁੱਲ, ਇਹ ਦੋਹਾਂ ਨੂੰ ਇੱਕੋ ਰੂਪ ਵਿੱਚ ਦੇਖਦੀ ਹੈ। ਧਰਤੀ ਉੱਪਰ ਕੋਈ ਸੁਗੰਧ ਸੁੱਟੇ ਜਾਂ ਦੁਰਗੰਧ ਸੁੱਟੇ, ਦੋਵਾਂ ਨੂੰ ਇੱਕ ਜੈਸਾ ਜਾਪਦੀ ਹੈ। ਬੁਰਾ ਭਲਾ ਨਹੀਂ ਕਹਿੰਦੀ। ਇਸੇ ਪ੍ਰਕਾਰ ਹੁਣ ਕੋਈ ਵੀ ਮੈਨੂੰ ਗਾਲੀ ਕੱਢਦਾ ਹੈ ਤਾਂ ਮੈਂ ਬੁਰਾ ਭਲਾ ਨਹੀਂ ਕਹਿੰਦਾ। ਤੀਸਰਾ, ਬ੍ਰਿਛਾਂ ਨੂੰ ਧਰਤੀ ਉੱਪਰ ਦੇਖਿਆ। ਬ੍ਰਿਛਾਂ ਦੀਆਂ ਛਾਲਾਂ ਲੋਕ ਲਾਹ ਲੈਂਦੇ ਹਨ, ਫਲ ਤੋੜ ਲੈਂਦੇ ਹਨ, ਫੁੱਲ ਲੈ ਲੈਂਦੇ ਹਨ, ਲੱਕੜੀ ਇਨਸਾਨ ਵਰਤ ਲੈਂਦਾ ਹੈ, ਪਰ ਬ੍ਰਿਛ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਕਹਿੰਦਾ। ਮੈਂ ਉਸ ਤੋਂ ਇਹ ਗੁਣ ਪ੍ਰਾਪਤ ਕੀਤਾ ਕਿ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਜੋ ਸਾਡੇ ਕੋਲ ਹੋਵੇ, ਲੋਕਾਂ ਨੂੰ ਦੇਣ ਦੀ ਸ਼ਕਤੀ ਆਪਣੇ ਅੰਦਰ ਲੈਣੀ ਚਾਹੀਦੀ ਹੈ। ਬ੍ਰਿਛਾਂ ਦੀ ਤਰ੍ਹਾਂ ਦੂਸਰਿਆਂ ਦੇ ਕੰਮ ਆਉਣਾ ਚਾਹੀਦਾ ਹੈ। ਦੂਸਰਾ ਗੁਰੂ ਮੈਂ ਪਵਨ ਨੂੰ ਧਾਰਨ ਕੀਤਾ। ਪਵਨ ਦਾ ਇਹ ਗੁਣ ਹੈ ਕਿ ਉਸ ਵਿੱਚ ਕੋਈ ਵੀ ਸੁਗੰਧ ਦੁਰਗੰਧ ਨਹੀਂ ਹੈ, ਉਹ ਸ਼ਾਂਤ ਹੈ। ਇੱਕ ਦਿਨ ਮੈਂ ਬਾਗ ਵਿੱਚ ਗਿਆ। ਪਵਨ ਹਵਾ ਫੁੱਲਾਂ ਕੋਲੋਂ ਗੁਜ਼ਰ ਕੇ ਆਈ। ਜਦੋਂ ਮੇਰੇ ਤੱਕ ਪਹੁੰਚੀ ਤਾਂ ਉਸ ਵਿੱਚ ਸੁਗੰਧ ਸੀ। ਫਿਰ ਮੈਂ ਕਚਰੇ ਦੇ ਢੇਰ ਕੋਲ ਗਿਆ। ਜੋ ਉੱਥੋਂ ਖੁਸ਼ਬੂ ਆਈ ਉਸ ਵਿੱਚ ਦੁਰਗੰਧ ਸੀ। ਫਿਰ ਮੈਂ ਕੁਝ ਦੂਰ ਸਾਫ਼ ਜਗ੍ਹਾ ਤੇ ਗਿਆ। ਉੱਥੇ ਹਵਾ ਵਿੱਚ ਕੋਈ ਵੀ ਸੁਗੰਧ ਜਾਂ ਦੁਰਗੰਧ ਨਹੀਂ ਸੀ। ਇਹ ਹਵਾ ਦਾ ਸੁਭਾਅ ਹੈ। ਇਨਸਾਨ ਜਿਸ ਜਗ੍ਹਾ ਤੇ ਰਹੇਗਾ ਉਸ ਦਾ ਸੁਭਾਅ ਉਸੇ ਤਰ੍ਹਾਂ ਹੋ ਜਾਵੇਗਾ। ਸੋ ਸਾਧੂ ਨੂੰ ਵੀ ਐਸਾ ਹੀ ਹੋਣਾ ਚਾਹੀਦਾ ਹੈ। ਇਨਸਾਨ ਦੇ ਅੰਦਰ ਜੇ ਕੋਈ ਵੀ ਭਾਵਨਾ ਹੋਵੇ, ਉਸ ਦਾ ਅਸਰ ਉਸ ਦੇ ਉੱਪਰ ਪੈਂਦਾ ਹੈ। ਸੋ ਇਨਸਾਨ ਨੂੰ ਨਿਰਮਲ ਰਹਿਣਾ ਚਾਹੀਦਾ ਹੈ। ਜੇ ਕੋਈ ਸਾਧੂ ਨੂੰ ਚੰਗਾ ਭੋਜਨ ਖਵਾਵੇ ਜਾਂ ਕੋਈ ਸਧਾਰਨ ਭੋਜਨ ਖਵਾਵੇ, ਸਾਧੂ ਨੂੰ ਦੋਵਾਂ ਨਾਲ ਇੱਕ ਜਿਹਾ ਵਿਹਾਰ ਕਰਨਾ ਚਾਹੀਦਾ ਹੈ। ਪੇਟ ਵਿੱਚ ਜਾ ਕੇ ਸਾਰਾ ਭੋਜਨ ਇੱਕ ਹੋ ਜਾਵੇਗਾ ਅਤੇ ਜੀਭ ਦਾ ਸਵਾਦ ਆਨੰਦ ਲੈਣਾ ਨਹੀਂ ਚਾਹੀਦਾ। ਤੀਸਰਾ ਗੁਰੂ ਮੈਂ ਆਕਾਸ਼ ਨੂੰ ਧਾਰਨ ਕੀਤਾ। ਉਸ ਦਾ ਸੁਭਾਅ ਹੈ ਕਿ ਉਹ ਚਾਂਦੀ ਹੋਵੇ, ਮਿੱਟੀ ਹੋਵੇ, ਸੋਨਾ ਹੋਵੇ, ਹਰ ਨੂੰ ਸਮਾਨ ਸਮਝਦਾ ਹੈ। ਆਕਾਸ਼ ਇੱਕ ਸਮਾਨ ਹਰ ਇੱਕ ਨੂੰ ਸਮਝਦਾ ਹੈ, ਸਾਰਿਆਂ ਉੱਪਰ ਇੱਕ ਜਿਹੀ ਛਾਇਆ ਕਰਦਾ ਹੈ। ਆਕਾਸ਼ ਦਾ ਸੁਭਾਅ ਹੈ ਕਿ ਉਹ ਕਿਸੇ ਨੂੰ ਉੱਚਾ ਨੀਵਾਂ ਨਹੀਂ ਸਮਝਦਾ। ਜਿਵੇਂ ਇੱਕ ਮਾਲਾ ਮਣਕਿਆਂ ਤੋਂ ਬਣਦੀ ਹੈ, ਇੱਕ ਮਣਕਾ ਟੁੱਟ ਜਾਵੇ ਪਰ ਡੋਰੀ ਉਸੇ ਤਰ੍ਹਾਂ ਰਹਿੰਦੀ ਹੈ। ਉਸੇ ਤਰ੍ਹਾਂ ਸਰੀਰ ਦੇ ਨਸ਼ਟ ਹੋ ਜਾਣ ਨਾਲ ਆਤਮਾ ਉਸੇ ਤਰ੍ਹਾਂ ਪਵਿੱਤਰ ਰਹਿੰਦੀ ਹੈ। ਚੌਥਾ ਗੁਰੂ ਮੈਂ ਪਾਣੀ ਨੂੰ ਬਣਾਇਆ। ਜਲ ਦਾ ਸੁਭਾਅ ਹੈ ਕਿ ਉਹ ਮਿੱਠਾ ਹੈ। ਜੇਕਰ ਉਸ ਵਿੱਚ ਕੋਈ ਰੰਗ ਪਾ ਦਿੱਤਾ ਜਾਵੇ ਤਾਂ ਉਸ ਦਾ ਰੰਗ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਕਿਸੇ ਦੇਸ਼ ਦਾ ਅਲੱਗ-ਅਲੱਗ ਜਲ ਨਹੀਂ ਹੁੰਦਾ। ਇਹ ਪ੍ਰਿਥਵੀ ਦਾ ਸੁਭਾਅ ਹੈ। ਵਰਖਾ ਦਾ ਜਲ ਪਵਿੱਤਰ ਹੁੰਦਾ ਹੈ, ਮਿੱਟੀ ਵਿੱਚ ਮਿਲ ਕੇ ਗੰਦਲਾ ਹੋ ਜਾਂਦਾ ਹੈ। ਜਦੋਂ ਮਿੱਟੀ ਹੇਠ ਬੈਠ ਜਾਂਦੀ ਹੈ ਤਾਂ ਜਲ ਨਿਰਮਲ ਹੋ ਜਾਂਦਾ ਹੈ। ਮਹਾਂਪੁਰਸ਼ ਨੂੰ ਵੀ ਪਾਣੀ ਵਾਂਗ ਨਿਰਮਲ ਰਹਿਣਾ ਚਾਹੀਦਾ ਹੈ।
ਅਤੇ ਬੁਰੀ ਸੰਗਤ ਤੋਂ ਬਚਣਾ ਚਾਹੀਦਾ ਹੈ। ਸਾਧੂ ਦੀ ਬੁੱਧੀ ਸੰਸਾਰ ਰੂਪੀ ਗੰਦਗੀ ਨਹੀਂ ਹੋਣੀ ਚਾਹੀਦੀ। ਇਸ ਵਾਸਤੇ ਸਾਧੂ ਨੂੰ ਨਿਰਮਲ ਰਹਿਣਾ ਚਾਹੀਦਾ ਹੈ। ਪੰਜਵਾਂ ਗੁਰੂ ਮੇਰਾ ਅਗਨ ਹੈ। ਅਗਨੀ ਦਾ ਸੁਭਾਵ ਹੈ ਕਿ ਚੰਗੀ ਚੀਜ਼ ਹੋਵੇ ਜਾਂ ਬੁਰੀ, ਸਭ ਨੂੰ ਭਸਮ ਕਰ ਦਿੰਦੀ ਹੈ। ਮੇਵਾ ਹੋਵੇ ਜਾਂ ਹੋਰ ਕੋਈ, ਸਭ ਨੂੰ ਭਸਮ ਕਰ ਦਿੰਦੀ ਹੈ। ਅਗਨੀ ਕਿਸੇ ਵੀ ਚੀਜ਼ ਨੂੰ ਸੰਭਾਲ ਕੇ ਨਹੀਂ ਰੱਖਦੀ। ਉਸੇ ਤਰ੍ਹਾਂ ਮਹਾਤਮਾ ਨੂੰ ਵੀ ਚਾਹੀਦਾ ਹੈ ਕਿ ਕੋਈ ਵੀ ਚੀਜ਼ ਸੰਭਾਲ ਕੇ ਨਹੀਂ ਰੱਖਣੀ ਚਾਹੀਦੀ। ਜੇ ਪਰਮਾਤਮਾ ਨੇ ਅੱਜ ਦਿੱਤੀ ਹੈ ਅਤੇ ਕੱਲ੍ਹ ਵੀ ਦੇਵੇਗਾ। ਛੇਵਾਂ ਗੁਰੂ ਮੇਰਾ ਚੰਦਰਮਾ ਹੈ। ਚੰਦਰਮਾ ਸਦਾ ਇੱਕ ਜੈਸਾ ਰਹਿੰਦਾ ਹੈ। ਉਸ ਦੀਆਂ ਕਲਾਵਾਂ ਵੱਧਦੀਆਂ ਘਟਦੀਆਂ ਰਹਿੰਦੀਆਂ ਹਨ। ਉਸੇ ਤਰ੍ਹਾਂ ਮਨੁੱਖ ਨੂੰ ਵੀ ਸ਼ਾਂਤ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਮਨੁੱਖ ਨੂੰ ਦੂਸਰਿਆਂ ਦਾ ਭਲਾ ਕਰਨਾ ਚਾਹੀਦਾ ਹੈ, ਚੰਦਰਮਾ ਦੀ ਤਰ੍ਹਾਂ ਮਨੁੱਖ ਨੂੰ ਸੀਤਲ ਰਹਿਣਾ ਚਾਹੀਦਾ ਹੈ। ਦੱਤਾਤਰੇయ ਨੇ ਕਿਹਾ ਕਿ ਰਾਜਾ ਜੱਤੂ, ਸੱਤਵਾਂ ਗੁਰੂ ਮੇਰਾ ਸੂਰਜ ਹੈ। ਸੂਰਜ ਹਰ ਇੱਕ ਨੂੰ ਸਮਾਨ ਸਾਇਆ ਦਿੰਦਾ ਹੈ। ਗਰੀਬ ਹੋਵੇ ਅਮੀਰ, ਸਾਰਿਆਂ ਨੂੰ ਇੱਕ ਸਮਾਨ ਸਮਝਦਾ ਹੈ। ਸੂਰਜ ਜਲ ਨੂੰ ਵੀ ਇੱਕ ਸਮਾਨ ਸਮਝਦਾ ਹੈ। ਘੜਿਆਂ ਵਿੱਚ ਜਲ ਭਰ ਕੇ ਰੱਖਿਆ ਹੋਵੇ ਤਾਂ ਕਈ ਸੂਰਜ ਦਿਖਾਈ ਦਿੰਦੇ ਹਨ। ਘੜੇ ਚੁੱਕ ਲਏ ਜਾਣ ਤਾਂ ਸੂਰਜ ਉੱਥੇ ਹੀ ਰਹਿੰਦਾ ਹੈ, ਭਾਵੇਂ ਉਸ ਦਾ ਪ੍ਰਤੀਬਿੰਬ ਘੜੇ ਦੇ ਪਾਣੀ ਵਿੱਚ ਦਿਖਾਈ ਨਾ ਦੇਵੇ। ਉਸੇ ਤਰ੍ਹਾਂ ਆਤਮਾ ਅਮਰ ਹੈ। ਸੂਰਜ ਦੀ ਤਰ੍ਹਾਂ ਆਤਮਾ ਅਮਰ ਰਹਿੰਦੀ ਹੈ। ਅੱਠਵਾਂ ਗੁਰੂ ਮੇਰਾ ਇੱਕ ਪੰਛੀ ਹੈ। ਇੱਕ ਦਿਨ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਪੁੱਤਰ ਅਤੇ ਇਸਤਰੀ ਸੁੱਖ ਦਾ ਕਾਰਨ ਹਨ। ਮੈਂ ਇੱਕ ਬਾਗ ਵਿੱਚ ਖੜਾ ਸੀ। ਇੱਕ ਪਤੀ ਪੰਛੀ ਅਤੇ ਇੱਕ ਪਤਨੀ ਪੰਛੀ ਇੱਕ ਰੁੱਖ ਉੱਤੇ ਰਹਿੰਦੇ ਸਨ। ਉਹਨਾਂ ਦੇ ਘਰ 2 ਬਾਲਕ ਸਨ। ਜੋ ਦੋਵੇਂ ਪੰਛੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਪਤੀ ਪੰਛੀ ਅਤੇ ਪਤਨੀ ਪੰਛੀ ਉਹਨਾਂ ਨਾਲ ਬਹੁਤ ਲਾਡ ਕਰਦੇ ਸਨ ਅਤੇ ਖੁਸ਼ੀ-ਖੁਸ਼ੀ ਉਹਨਾਂ ਨਾਲ ਰਹਿੰਦੇ ਸਨ। ਜਦ ਉਹਨਾਂ ਦੇ ਬੱਚੇ ਛੋਟੇ ਸਨ ਤਾਂ ਪਤਨੀ ਪੰਛੀ ਨੂੰ ਕਹਿੰਦਾ ਸੀ ਕਿ ਤੂੰ ਬੱਚਿਆਂ ਦੀ ਰਾਖੀ ਕਰ ਅਤੇ ਮੈਂ ਖਾਣਾ ਲੈਣ ਜਾਂਦਾ ਹਾਂ। ਇਸੇ ਤਰ੍ਹਾਂ ਕਈ ਚਿਰ ਚੱਲਦਾ ਰਿਹਾ। ਜਦੋਂ ਬੱਚੇ ਵੱਡੇ ਹੋ ਗਏ, ਇੱਕ ਦਿਨ ਪਤੀ ਪੰਛੀ ਨੇ ਇਸਤਰੀ ਪੰਛੀ ਨੂੰ ਕਿਹਾ ਕਿ ਹੁਣ ਸਾਡੇ ਬੱਚੇ ਵੱਡੇ ਹੋ ਗਏ ਹਨ, ਆਪਾਂ ਦੋਵੇਂ ਚੰਗਾ ਹੋਵੇ ਦੋਨੇ ਇਕੱਠੇ ਚੋਗਾ ਲੈਣ ਵਾਸਤੇ ਚੱਲੀਏ। ਪਤਨੀ ਪੰਛੀ ਮੰਨ ਗਈ। ਪੰਛੀ ਦੋਵੇਂ ਚੋਗਾ ਲੈਣ ਲਈ ਚਲੇ ਗਏ। ਭਗਵਾਨ ਦੀ ਐਸੀ ਲੀਲਾ ਹੋਈ। ਉਸੇ ਦਿਨ ਇੱਕ ਸ਼ਿਕਾਰੀ ਉਸੇ ਦਰਖਤ ਦੇ ਹੇਠਾਂ ਆ ਗਿਆ ਅਤੇ ਜਾਲ ਲਗਾ ਦਿੱਤਾ ਅਤੇ ਚੋਗਾ ਥੱਲੇ ਖਿਲਾਰ ਦਿੱਤਾ। ਜਦ ਬੱਚਿਆਂ ਨੇ ਦੇਖਿਆ ਕਿ ਇੱਥੇ ਤਾਂ ਚੋਗਾ ਬਹੁਤ ਜ਼ਿਆਦਾ ਪਿਆ ਹੋਇਆ ਹੈ, ਸਾਡੇ ਮਾਤਾ ਪਿਤਾ ਐਵੇਂ ਦੂਰ ਚੋਗਾ ਲੈਣ ਚਲੇ ਗਏ ਹਨ। ਦੋਵੇਂ ਪੰਛੀ ਉੱਡ ਕੇ ਚੋਗਾ ਖਾਣ ਲਈ ਜਦੋਂ ਹੇਠਾਂ ਜਾਲ ਵਿੱਚ ਆਏ ਤਾਂ ਦੋਵੇਂ ਫਸ ਗਏ। ਸ਼ਿਕਾਰੀ ਨੇ ਦੋਵਾਂ ਨੂੰ ਫੜ ਲਿਆ। ਜਦ ਪਤੀ ਪੰਛੀ ਅਤੇ ਪਤਨੀ ਪੰਛੀ ਆਏ ਅਤੇ ਉਹਨਾਂ ਨੇ ਬੱਚਿਆਂ ਨੂੰ ਨਾ ਦੇਖਿਆ ਅਤੇ ਦੋਵੇਂ ਵਿਰਲਾਪ ਕਰਨ ਲੱਗ ਪਏ, ਉੱਚੀ ਆਵਾਜ਼ਾਂ ਮਾਰਨ ਲੱਗ ਪਏ। ਜਦ ਬੱਚਿਆਂ ਨੇ ਆਵਾਜ਼ਾਂ ਸੁਣੀਆਂ ਤਾਂ ਬੱਚਿਆਂ ਨੇ ਅੱਗੋਂ ਉੱਤਰ ਦਿੱਤਾ। ਪਤਨੀ ਪੰਛੀ ਨੇ ਜਦੋਂ ਬੱਚਿਆਂ ਦੀ ਆਵਾਜ਼ ਸੁਣੀ ਤਾਂ ਉਹ ਸ਼ਿਕਾਰੀ ਦੇ ਜਾਲ ਵਿੱਚ ਜਾ ਫਸੀ। ਜਦੋਂ ਪੁਰਸ਼ ਪੰਛੀ ਨੇ ਆਪਣੀ ਇਸਤਰੀ ਨੂੰ ਜਾਲ ਵਿੱਚ ਫਸਿਆ ਦੇਖਿਆ ਤਾਂ ਉਸ ਕੋਲ ਰਿਹਾ ਨਾ ਗਿਆ।
ਉਸਨੇ ਸੋਚਿਆ ਕਿ ਮੇਰਾ ਬੱਚਿਆਂ ਅਤੇ ਪਤਨੀ ਤੋਂ ਬਿਨਾਂ ਜੀਣ ਦਾ ਵੀ ਕੀ ਫਾਇਦਾ ਹੈ। ਉਹ ਵੀ ਆਪ ਜਾ ਕੇ ਜਾਲ ਵਿੱਚ ਫਸ ਗਿਆ। ਸ਼ਿਕਾਰੀ ਸਾਰਿਆਂ ਨੂੰ ਫੜ ਕੇ ਘਰ ਲੈ ਗਿਆ। ਉਸੇ ਦਿਨ ਤੋਂ ਹੀ ਮੇਰਾ ਪੁੱਤਰ ਇਸਤਰੀ ਤੋਂ ਮੋਹ ਘਟ ਗਿਆ ਅਤੇ ਸਾਰਾ ਕੁਝ ਤਿਆਗ ਕੇ ਇਕਾਂਤ ਵਿੱਚ ਰਹਿੰਦਾ ਹਾਂ ਅਤੇ ਨਾਰਾਇਣ ਦੀ ਪੂਜਾ ਕਰਦਾ ਹਾਂ। ਇਹ ਕਹਿ ਕੇ ਬਾਬਾ ਸ਼੍ਰੀ ਚੰਦ ਜੀ ਨੇ ਕਥਾ ਦੀ ਸਮਾਪਤੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।